दो नछेड़ी भरावां ने अपने नशे लई घर दा सारा कुछ वेच के रख दिता। हालात अजिहे ने कि नशे दे आदी दो भरावां ने बैड, कूलर, फ्रिज, टीवी, घर दे अंदर पिया हर छोटे तो छोटा ते वड्डे तो वड्डा समान वेच दिता है ते मां बाप दे सुपनियां वाले घर नूं खंडर दे विच तब्दील कर दिता है। बजुर्ग मां हुण सरकार ते पुलिस प्रशासन दे हाड़े कढ रही है कि कोई तां उसदे मुंडियां दा इलाज करवावे ते उसदे उजड़दे घर नूं बचा लवे, क्योंकि उसदे नछेड़ी पुੱਤ नशे लई ताकियां ते लगे शीशे, पौड़ियां दीयां ग्रिलां ते छत ते लगे जंगले तक वेच चुके ने। पिछले 13 सालां तो नशा करदे आ रहे ने। कई बार पुलिस नूं शिकायत भी की पर अज तक उसनूं कोई भी मदद नहीं मिली। सो तस्वीरां अपने आप दे विच रौगटे खड़े करन वालियां ने, झंझोड़ के रख देण वालियां ने कि किवें नशे ने घर उजाड़ के रख दिता, एक घर नूं खंडर दे विच तब्दील कर दिता। दरअसल दो नशेड़ी भरावां ने अपने नशे लई घर दा सारा समान वेच दिता है। कोई भी समान होवे, छोटे तो छोटा जाए वड्डे तो वड्डा कोई समान होवे, जिस दे विच बैड, कूलर, फ्रिज, टीवी सब कुछ सिर्फ नशे की पूर्ति वास्ते उन्होंने वेच दिता। तो जिहड़ा चंगा भला घर सीगा, खुशियां भरिया घर सीगा, उसे घर नूं खंडर दे विच तब्दील कर दिता है। तस्वीरां अपने आप बयान कर रही ने कि एक चंगा भला घर नशे के कारण किवें खंडर दे विच तब्दील हो गया। नशा पंजाब दी नौजवानी नूं सिਉਂਕ ਦੇ ਵਾਂਗ ਖਾਂਦਾ ਜਾ ਰਿਹਾ है। इस ਦੀਆਂ कई कहानियां हुण तक ਅਸੀਂ सुन भी चुके हैं, देख भी चुके हैं, पर अज जिस कहानी का मैं जिक्र करन जा रहा उस नूं देख के तुहाडे पैरां हेठों जमीन भी खिसकेगी। रोण दे लई तुसीं मजबूर होगे, सोचण दे लई मजबूर होगे कि आखिरकार नशा किस तरीके दे नाल नौजवानी दा घाण करदा जा रहा। तो इस वेले मैं अमृतसर दे कोट खालसा इलाके दे विच सुंदर नगर यह इलाका है। तो यह एक घर दे बाहर जिथे मैं खड़ा है, घर जरूर देखण नूं लग रहा, पर इस घर दे अंदर कोई भी ऐसी चीज मौजूद नहीं है जिहड़ी कि आम एक घर दे विच रोजमर्रा जरूरतां दे लई वरतिया जांदा। तां इह ਉਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਭਾਗਨ ਮਾਂ ਕਹਿ ਸਕਦੇ ਹਾਂ ਜਿਹੜੀ ਇਸ ਵੇਲੇ ਨੌਜਵਾਨ ਦੋ ਪੁੱਤ ਹੋਣ ਦੇ ਬਾਵਜੂਦ ਵੀ ਇਸ ਵੇਲੇ ਗਲੀਆਂ ਦੇ ਵਿੱਚ ਰੋਲਣ ਦੇ ਲਈ ਮਜਬੂਰ ਹੈ। ਤਾਂ ਕਾਰਨ ਕੀ ਹੈ, ਇੱਕ ਇੱਕ ਕਰਕੇ ਅਸੀਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਇਸ ਇਲਾਕੇ ਦੇ ਵਿੱਚ ਇਹ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਨੇ। ਕੱਪੜੇ ਦਾ ਕਾਰੋਬਾਰ ਸੀ, ਪਰ ਪਤੀ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋਵੇਂ ਨੌਜਵਾਨ ਪੁੱਤ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ। ਔਰ ਉਸ ਤੋਂ ਬਾਅਦ ਹਾਲਾਤ ਇਹ ਬਣ ਰਹੇ ਨੇ ਕਿ ਤੁਸੀਂ ਦੇਖੋ ਕਿ ਘਰ ਦੇ ਅੰਦਰ ਕੋਈ ਵੀ ਲੋਹੇ ਦੀ ਚੀਜ਼ ਇਸ ਵੇਲੇ ਤੁਹਾਨੂੰ ਨਜ਼ਰ ਨਹੀਂ ਆਏਗੀ। ਕਾਰਨ ਇਹ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਜਿੰਨਾ ਵੀ ਸਮਾਨ ਹੈ ਲੋਹੇ ਦਾ ਘਰ ਦੇ ਵਿੱਚ, ਚਾਹੇ ਉਹ ਗੈਸ ਸਿਲੰਡਰ ਹੈ, ਚੁੱਲ੍ਹਾ ਹੈ, ਤਾਂ ਸਾਰਾ ਸਮਾਨ ਇਹ ਨੌਜਵਾਨ ਹੌਲੀ ਹੌਲੀ ਵੇਚ ਚੁੱਕੇ ਨੇ। ਤਾਂ ਇਹਨਾਂ ਦਾ ਵੀ ਇੰਨਾ ਅਸੀਂ ਕਸੂਰ ਨਹੀਂ ਸਮਝਦੇ, ਪਰ ਨਸ਼ੇ ਦੀ ਆਪੂਰਤੀ ਦੇ ਲਈ ਕਿੱਥੋਂ ਤੱਕ ਕਿਸੇ ਅਸੀਂ ਕਹਿ ਸਕਦੇ ਜਿਹੜਾ ਸ਼ਖਸ ਇਸ ਦਲਦਲ ਦੇ ਵਿੱਚ ਫਸਦਾ ਤਾਂ ਉਸ ਨੂੰ ਨਿਕਲਣ ਦੇ ਲਈ ਕੋਈ ਰਸਤਾ ਨਹੀਂ ਮਿਲਦਾ। ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਨਸ਼ਾ ਬੰਦ ਕਰਨ ਦੇ ਲਈ ਬਹੁਤ ਕੁਝ ਕਰ ਰਹੇ ਹਾਂ, ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢ ਰਹੇ। ਤਾਂ ਇਹ ਸਾਹਮਣੇ ਉਹ ਨੌਜਵਾਨ ਵੀ ਇਸ ਵੇਲੇ ਬੈਠੇ ਨਜ਼ਰ ਆ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲ ਜ਼ਰੂਰ ਕਰਾਂਗੇ। ਪਰ ਇਸ ਵੇਲੇ ਇਸ ਘਰ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਹੜਾ ਇਸ ਵੇਲੇ ਇਹਨਾਂ ਵੱਲੋਂ ਵੇਚ ਦਿੱਤਾ ਗਿਆ। ਤਾਂ ਅਸੀਂ ਉਸ ਬਜ਼ੁਰਗ ਮਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਔਰ ਨਾਲ ਦੀ ਨਾਲ ਇਸ ਘਰ ਦੇ ਉਹ ਹਾਲਾਤ ਜਿਹੜੇ ਕਿ ਕੋਈ ਵੀ ਨਾ ਦੇਖਣਾ ਚਾਹੁੰਦਾ ਹੈ, ਨਾ ਕਿਸੇ ਦੇ ਘਰ ਦੇ ਇਸ ਦੇ ਹਾਲਾਤ ਹੋਣ। ਪਰ ਮਜਬੂਰੀ ਇਹ ਹੈ ਕਿ ਇਸ ਮਾਂ ਦੀ ਆਵਾਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਸਰਕਾਰਾਂ ਤੱਕ ਪਹੁੰਚੇ। ਤੁਸੀਂ ਇਹ ਦੱਸੋ ਬੇਟੇ ਤੁਹਾਡੇ ਕਿੰਨੀ ਇਹਨਾਂ ਦੀ ਉਮਰ ਹੈ ਔਰ ਕਦੋਂ ਤੋਂ ਨਸ਼ਾ ਕਰ ਰਹੇ ਆ? ਭਾਈ ਇਹ 13 ਸਾਲ ਤੋਂ ਨਸ਼ਾ ਕਰਦੇ ਪਿਆ। ਮੈਂ ਕੱਪੜੇ ਦਾ ਕੰਮ ਵੀ ਕਰਦੀ ਸੀ, ਮੈਂ ਨਾਲ ਇਹਨਾਂ ਨੂੰ ਪਾਇਆ ਸੀ, ਪਰ ਮੇਰੇ ਕੰਮ ਕਰਨ ਦੇ ਬਾਵਜੂਦ ਵੀ ਕੋਟ ਖਾਲਸਾ ਮੇਰੇ ਮੰਜੇ ਉਲਟਾਉਂਦੇ ਹੀ, ਮੈਨੂੰ ਮਾਰਦੇ ਕੁੱਟਦੇ ਹੀ ਸੜਕ ਦੇ ਉੱਤੇ। ਪਰ ਦੁਨੀਆ ਵੇਖਦੀ ਸੀ, ਇਹਨਾਂ ਦੇ ਨਸ਼ਾ ਦੇ ਕਰਕੇ ਕੋਈ ਮੇਰੇ ਲਾਗੇ ਨਹੀਂ ਸੀ ਆਉਂਦਾ। ਮਾਵਾਂ ਸੁਖਣਾ ਸੁਖਦੀਆਂ ਕਿ ਸਾਡੇ ਘਰ ਪੁੱਤ ਹੋਵੇ, ਪਰ ਤੁਸੀਂ ਵੀ ਜਦੋਂ ਇਹ ਪੈਦਾ ਹੋਏ ਹੋਣਗੇ ਖੁਸ਼ੀਆਂ ਮਨਾਈਆਂ ਹੋਣਗੀਆਂ, ਪਰ ਅੱਜ ਇਹ ਹਾਲਾਤ ਐਸੇ ਬਣ ਗਏ ਕਿ ਤੁਹਾਨੂੰ ਇਹ ਆਪਣੇ ਦੋਵੇਂ ਪੁੱਤ ਸਾਹਮਣੇ ਨਜ਼ਰ ਜ਼ਰੂਰ ਆ ਰਹੇ, ਪਰ ਨਾ ਤਾਂ ਕੋਈ ਕੰਮ ਕਰਦੇ ਹੋਣਗੇ ਔਰ ਘਰ ਦਾ ਸਮਾਨ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਸਾਰਾ ਵੇਚ ਦਿੱਤਾ ਇਹਨਾਂ ਨੇ। ਹਾਂਜੀ ਭਾਜੀ, ਮੈਂ ਘਰੋਂ ਜਾਂਦੀ ਸੀ, ਪਹਿਲਾਂ ਮੇਰੇ ਨਾਲ ਰਾਤੀ ਬੜਾ ਲੜਾਈ ਝਗੜਾ ਕਰਦੇ ਸੀ। ਜਦੋਂ ਮੈਂ ਕੰਮ ਕਰਕੇ ਆਉਂਦੀ ਸੀ, ਜਿਹੜੀ ਮੇਰੀ ਬਣੀ ਚੀਜ਼ ਹੁੰਦੀ ਉਹਨਾਂ ਨੂੰ ਵੀ ਲੱਤਾਂ ਮਾਰ ਮਾਰ ਕੇ ਸਾਰੀਆਂ ਤੋੜ ਦਿੰਦੇ ਸੀ, ਬੋੜਾਂ ਨੂੰ ਮਾਰ, ਸ਼ੀਸ਼ੇ ਤੋੜ, ਤਵੇ ਫੜ ਲੈਂਦੇ ਸੀ, ਮੈਨੂੰ ਧੱਕੇ ਮਾਰਦੇ, ਚਪੇੜਾ ਤੱਕ ਮੇਰੇ ਮੂੰਹ ਤੇ ਵੱਜੀਆਂ। ਮੈਂ ਚੌਂਕੀ ਵੀ ਜਾਂਦੀ ਸੀ। ਚਲੋ, ਪਤੀ ਤੁਹਾਡੇ ਕੀ ਕਰਦੇ ਸੀ? ਉਹਨਾਂ ਦੀ ਕਦੋਂ ਮੌਤ ਹੋਈ? ਉਹਨਾਂ ਨੂੰ 13 ਸਾਲ ਹੋ ਗਏ। 28 ਸਤੰਬਰ 2010 ਵਿੱਚ। ਕੀ ਕੰਮਕਾਰ ਕੀ ਸੀ? ਰੈਡੀਮੇਡ ਦਾ ਕੰਮ, ਸ਼ਹੀਦਾਂ ਤੇ ਦੁਕਾਨਾਂ ਸੀ 3 ਸਾਡੀਆਂ। ਹੁਣ ਕੁਛ ਨਹੀਂ ਹੈਗਾ।
ਇਹ ਵੀ ਕੰਮ ਕਰਦੇ ਸੀ ਆਪਣੇ ਪਿਤਾ ਉਹਨਾਂ ਦੇ ਦੇ ਨਾਲ ਹੀ ਪਹਿਲਾਂ ਜਾਂਦੇ ਸੀ, ਉਸ ਤੋਂ ਬਾਅਦ ਇਹ ਉਹਨਾਂ ਦੇ ਹੁੰਦਿਆਂ ਹੀ ਕਰਦੇ ਸੀ। ਮੈਨੂੰ ਨਹੀਂ ਸੀ ਪਤਾ, ਮੈਨੂੰ ਅਟੈਕ 3 ਹੋ ਚੁੱਕੇ ਸੀ, ਮੈਂ ਹਾਰਟ ਦੀ ਮਰੀਜ਼ ਆ, ਮੈਨੂੰ ਕੋਈ ਗੱਲ ਨਹੀਂ ਸੀ ਮੈਂ ਦੱਸੀ। ਇੱਕ ਵਾਰੀ ਪਹਿਲਾਂ ਉਹ ਤਸਵੀਰ ਜ਼ਰੂਰ ਦਿਖਾਉਣੀ ਚਾਹੂੰਗਾ। ਇਹ 2 ਦਰਵਾਜ਼ੇ ਨੇ ਔਰ ਦੋਵੇਂ ਇੱਕੋ ਹੀ ਘਰ ਦੇ ਦਰਵਾਜ਼ੇ ਨੇ। ਇਹ ਜਿਹੜੀ ਬਜ਼ੁਰਗ ਮਾਤਾ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਜਿਸ ਦੇ ਦੋਵੇਂ ਨੌਜਵਾਨ ਪੁੱਤ ਨੇ, ਤਾਂ ਦੋਵਾਂ ਘਰਾਂ ਦੇ ਵਿੱਚ ਤਸਵੀਰ ਲਗਭਗ ਇੱਕੋ ਜੀ ਹੈ। ਘਰ ਦੇ ਵਿੱਚ ਨਾ ਤਾਂ ਕੋਈ ਸ਼ੀਸ਼ਾ ਨਜ਼ਰ ਆ ਰਿਹਾ, ਔਰ ਜਿੱਥੇ ਜਿੱਥੇ ਵੀ ਲੋਹੇ ਦਾ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿ ਇਸ ਲੋਹੇ ਨੂੰ ਇਹ ਕਬਾੜ ਦੇ ਵਿੱਚ ਵੇਚਦੇ ਨੇ ਔਰ ਉਤੋਂ ਜੋ ਪੈਸੇ ਮਿਲਦੇ ਨੇ ਉਸ ਨੂੰ ਨਸ਼ੇ ਦੀ ਆਪੂਰਤੀ ਦੇ ਲਈ ਵਰਤਿਆ ਜਾਂਦਾ। ਤਾਂ ਘਰ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਜੰਗਲੇ ਲੱਗੇ ਹੁੰਦੇ ਨੇ ਰੋਸ਼ਨੀ ਦੇ ਲਈ, ਲੋਹੇ ਦੇ ਜੰਗਲੇ ਜਿਹੜੇ ਨੇ ਉਹ ਵੀ ਵੇਚ ਦਿੱਤੇ ਗਏ ਨੇ। ਘਰ ਦੇ ਵਿੱਚ ਕੋਈ ਵੀ ਸਮਾਨ ਐਸਾ ਨਜ਼ਰ ਨਹੀਂ ਆ ਰਿਹਾ ਜੋ ਕਿ ਆਮ ਘਰਾਂ ਦੇ ਵਿੱਚ ਹਰ ਰੋਜ਼ ਰੋਜ਼ਮਰਾ ਦੀਆਂ ਜ਼ਰੂਰਤਾਂ ਦੇ ਲਈ ਜਿਹੜਾ ਸਮਾਨ ਹੋਣਾ ਚਾਹੀਦਾ। ਘਰ ਦੇ ਵਿੱਚ ਇਹ ਹਾਲਾਤ ਵੇਖ ਕੇ ਇੱਕ ਵਾਰ ਅਸੀਂ ਕਹਿ ਸਕਦੇ ਹਾਂ ਕਿ ਹਰ ਕਿਸੇ ਦੀ ਰੂਹ ਜ਼ਰੂਰ ਕੰਬਦੀ ਹੈ। ਤਾਂ ਇਹ ਜਿਹੜੀਆਂ ਪੌੜੀਆਂ ਦੇ ਵਿੱਚ ਜੰਗਲੇ ਲੱਗੇ ਹੁੰਦੇ ਨੇ ਉਹ ਜੰਗਲੇ ਵੀ ਇਹਨਾਂ ਵੱਲੋਂ ਵੇਚ ਦਿੱਤੇ ਗਏ। ਤਾਂ ਤਸਵੀਰ ਹੈ ਨਾਲ ਦੀ ਨਾਲ ਇਸ ਪੂਰਾ ਜਿਹੜਾ ਇਸ ਵੇਲੇ ਘਰ ਦੇ ਹਾਲਾਤ ਨੇ ਉਸ ਨੂੰ ਸਾਡੇ ਤੱਕ ਜਿਸ ਨੌਜਵਾਨ ਵੱਲੋਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਇੱਕ ਹੋਰ ਤੁਸੀਂ ਇਹ ਗੱਲ ਦੱਸੋ ਵੀ ਕਦੀ ਨਸ਼ਾ ਛਡਾਉਣ ਦੀ ਕੋਸ਼ਿਸ਼ ਇਹਨਾਂ ਦੀ ਕੀਤੀ ਗਈ? ਮਹਾਰਾਜ ਮੈਂ ਕਰਜ਼ੇ ਚੁੱਕ ਕੇ ਵਿਵੇਕਾਨੰਦ ਇਹਨਾਂ ਨੂੰ 2 ਵਾਰੀ ਦਾਖਲ ਕਰਵਾਇਆ। ਜਦੋਂ ਦਾਖਲ ਕਰਵਾਨੀ ਆ, ਜਦੋਂ ਅੱਧ ਵਿੱਚ 5 ਦਿਨ ਰਹਿ ਜਾਂਦੇ ਆ ਤੇ ਕਹਿੰਦੇ ਮੈਂ ਇਹਨਾਂ ਦੇ ਸ਼ੀਸ਼ੇ ਤੋੜ ਦੇਣੇ ਆ ਕਿ ਉਹ ਜ਼ਿੰਮੇਵਾਰੀ ਪਹਿਲਾਂ ਮੇਰੇ ਕੋਲ ਖਾ ਲੈਂਦੇ ਨੇ। ਮੈਂ ਆਪਣੀ ਜ਼ਿੰਮੇਵਾਰੀ ਦੀ ਖਾਤਰ ਫਿਰ ਇਹਨਾਂ ਨੂੰ ਮੈਂ ਉੱਥੋਂ ਲੈ ਕੇ ਆਉਣੀ ਆ। ਖੁਦ ਮੁਲਾਜ਼ਮ ਕਹਿੰਦੇ ਆ ਇੱਥੋਂ ਇਹਨਾਂ ਨੂੰ ਤੁਸੀਂ ਲੈ ਜਾਓ, ਜੇ ਤੁਸੀਂ ਜ਼ਿੰਮੇਵਾਰੀ ਸ਼ੀਸ਼ਿਆਂ ਦੀ ਨਹੀਂ ਭਰਨੀ ਤਾਂ ਲੈ ਜਾਓ ਇਹਨਾਂ ਨੂੰ। ਨਿੱਕੇ ਮੁੰਡੇ ਘਰ ਦੀ ਜੇ ਮੈਂ ਗੱਲ ਕਰਾਂ ਤਾਂ ਕਿਹੜਾ ਸਮਾਨ ਸੀ ਘਰ ਦੇ ਵਿੱਚ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਧੀਆ ਕਾਰੋਬਾਰ ਸੀ, ਆਮ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਸ ਵੇਲੇ ਘਰ ਦੇ ਵਿੱਚ ਕਿਹੜੀ ਚੀਜ਼ ਹੈ ਔਰ ਕਿਹੜੀ ਇਹਨਾਂ ਨੇ ਵੇਚ ਦਿੱਤੀ ਹੈ? ਘਰ ਦੇ ਵਿੱਚ ਦੀਵਾਨ ਬੈੱਡ ਸੀ, ਡਿਓੜੀ 'ਚ ਲੱਗੇ, ਫਰਿੱਜ ਸੀ, ਅੰਦਰ ਡਬਲ ਬੈੱਡ, ਕੋਠੇ ਦੇ ਉੱਤੇ ਡਬਲ ਬੈੱਡ ਸੀ, 3 ਤਰ੍ਹਾਂ ਦੇ ਗੱਦੇ ਆ, ਵੱਡੇ ਫਰਿੱਜ ਹੈ, ਟੀਵੀ, ਅਲਮਾਰੀ ਹੈ, ਮੇਰਾ ਸਾਰਾ ਭਾਂਡਾ ਹੈ, ਮਸ਼ੀਨ, ਗੈਸ ਸਿਲੰਡਰ ਵੀ ਵੇਚਤਾ? ਕੁਛ ਨਹੀਂ, ਉਹ ਵੀ ਵਿਕ ਗਏ, ਕੁਛ ਨਹੀਂ ਹੈਗਾ। ਤੇ ਫਿਰ ਹੁਣ ਕਿੱਦਾਂ ਗੁਜ਼ਾਰਾ ਚੱਲਦਾ? ਗੁਜ਼ਾਰਾ ਮਾੜਾ ਜਿਹਾ ਹੀਟਰ ਲਿਆਂਦਾ ਆ, ਚਾਹ ਦਾ ਕੱਪ ਬਣਾ ਕੇ ਪੀਨੀ ਆ ਬਸ। ਤੇ ਰੋਟੀ ਖਾਣ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਬਾਹਰ ਚ। ਤੇ ਜਿਸ ਤਰ੍ਹਾਂ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡਾ ਜਿਹੜਾ ਰਾਸ਼ਨ ਕਾਰਡ ਸੀ ਉਹ ਵੀ ਕੈਨਸਲ ਕਰ ਦਿੱਤਾ ਗਿਆ, ਤਾਂ ਹੁਣ ਕੋਈ ਸਰਕਾਰੀ ਕੋਈ ਮਦਦ ਨਹੀਂ ਮਿਲਦੀ? ਨਹੀਂ, ਮੈਂ ਲੋਕਾਂ ਕੋਲੋਂ ਮੰਗ ਕੇ ਆਟਾ ਲਿਆਨੀ ਆ। ਤਾਂ ਬੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਇਹ ਦੁੱਖ ਵਾਲੀ ਕਹਾਣੀ ਹੈ ਇਸ ਮਾਂ ਦੀ। 2 ਜਵਾਨ ਪੁੱਤ ਨੇ, ਤਾਂ ਹਰ ਕੋਈ ਮਾਪਿਓ ਇਹ ਉਮੀਦ ਕਰਦਾ ਕਿ ਜਦੋਂ ਉਹਨਾਂ ਦੇ ਪੁੱਤ ਜਵਾਨ ਹੋਣਗੇ ਤਾਂ ਮਾਪਿਓ ਦਾ ਸਹਾਰਾ ਬਣਨਗੇ। ਪਰ ਪਤੀ ਦੀ 13 ਸਾਲ ਪਹਿਲਾਂ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋਵੇਂ ਨੌਜਵਾਨ ਪੁੱਤ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ। ਤਾਂ ਜਿਸ ਨੌਜਵਾਨ ਵੱਲੋਂ ਇਸ ਅਸੀਂ ਕਹੀਏ ਕਿ ਜਿਹੜੀ ਦੁਖੀ ਮਾਂ ਦੀ ਕਹਾਣੀ ਸਾਡੇ ਤੱਕ ਪਹੁੰਚਾਉਣ ਦੀ ਜਿਸ ਵੱਲੋਂ ਕੋਸ਼ਿਸ਼ ਕੀਤੀ ਗਈ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਪਰ ਤਸਵੀਰਾਂ ਦਿਖਾਉਣੀਆਂ ਇਸ ਲਈ ਜ਼ਰੂਰੀ ਨੇ ਕਿਉਂਕਿ ਇਹ ਕਹਾਣੀ ਸਿਰਫ ਕਿਸੇ ਇੱਕ ਘਰ ਦੀ ਨਹੀਂ ਹੈ, ਬਲਕਿ ਪੰਜਾਬ ਦੇ ਕਈ ਐਸੇ ਘਰ ਹੋਣਗੇ ਜਿੱਥੇ ਇਸ ਤਰੀਕੇ ਦੇ ਹਾਲਾਤ ਨੇ। ਬਹੁਤ ਸਾਰੇ ਲੋਕ ਮੀਡੀਆ ਤੱਕ ਪਹੁੰਚ ਨਹੀਂ ਕਰ ਸਕਦੇ। ਤਾਂ ਇਸ ਘਰ ਦੇ ਵਿੱਚ ਵੀ ਤੁਸੀਂ ਦੇਖੋ ਕਿ ਜਿਹੜੇ ਜੰਗਲੇ ਨੇ ਉਹ ਵੀ ਤੁਹਾਨੂੰ ਨਜ਼ਰ ਨਹੀਂ ਆਉਣਗੇ। ਹਾਲਾਂਕਿ ਇਸ ਘਰ ਦੀ ਕੁਝ ਪੌੜੀਆਂ ਦੇ ਵਿੱਚ ਜਿਹੜੀ ਗ੍ਰਿਲ ਲੱਗੀ ਉਹ ਜ਼ਰੂਰ ਨਜ਼ਰ ਆ ਰਹੀ, ਪਰ ਜ਼ਿਆਦਾਤਰ ਲੋਹੇ ਦਾ ਜਿਹੜਾ ਸਮਾਨ ਹੈ ਉਹ ਇਸ ਘਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਤਾਂ ਉੱਪਰ ਜਾ ਕੇ ਵੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹਰ ਕੋਈ ਇੱਕ ਸੁਪਨਾ ਹੁੰਦਾ ਕਿ ਉਸ ਦਾ ਘਰ ਹੋਵੇ, ਘਰ ਦੇ ਵਿੱਚ ਜਿਹੜੇ ਜਵਾਨ ਪੁੱਤ ਹੋਣ ਔਰ ਮਾਪਿਓ ਦਾ ਬੁਢਾਪੇ ਦੇ ਵਿੱਚ ਸਹਾਰਾ ਬਣਨ। ਪਰ ਇਸ ਵੇਲੇ ਤੁਸੀਂ ਦੇਖੋ ਕਿ ਇਹ ਹਾਲਾਤ ਨੇ ਇਸ ਘਰ ਦੇ। ਦੋਵੇਂ ਜੰਗਲੇ ਘਰ ਦੇ ਵਿੱਚ ਨਜ਼ਰ ਨਹੀਂ ਆ ਰਹੇ। ਸਾਹਮਣੇ ਸ਼ੀਸ਼ੇ ਜਿਹੜੇ ਨੇ ਕਿਸੇ ਵੀ ਥਾਂ ਤੇ ਜਿੱਥੇ ਸ਼ੀਸ਼ੇ ਲੱਗੇ ਹੋਏ ਸੀ ਉਹ ਸਾਰੇ ਸ਼ੀਸ਼ੇ ਇਹਨਾਂ ਵੱਲੋਂ ਤੋੜ ਕੇ ਵੇਚ ਦਿੱਤੇ ਗਏ ਨੇ। ਤਾਂ ਇਹ ਹਾਲਾਤ ਤੁਸੀਂ ਦੇਖੋ ਕਿ ਜਿਹੜੇ ਜਿਸ ਤਰ੍ਹਾਂ ਮਾਤਾ ਦੱਸ ਰਹੀ ਸੀ ਕਿ ਘਰ ਦੇ ਵਿੱਚ ਜਿਹੜੇ ਗੱਦੇ ਸੀ ਉਹ ਵੀ ਇਹਨਾਂ ਵੱਲੋਂ ਵੇਚ ਦਿੱਤੇ ਗਏ। ਤਾਂ ਕੁਝ ਸਮਾਨ ਜਿਹੜਾ ਖਿਲਰਿਆ ਨਜ਼ਰ ਆ ਰਿਹਾ। ਤਾਂ ਮੇਰੇ ਨਾਲ ਕਪਿਲ ਹੈ ਜਿਸ ਨੌਜਵਾਨ ਵੱਲੋਂ ਇਸ ਬਜ਼ੁਰਗ ਮਾਂ ਦੀ ਜਿਹੜੀ ਆਵਾਜ਼ ਹੈ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਘਰ ਦੇ ਵਿੱਚ ਕੋਈ ਪੱਖਾ, ਬਲਬ, ਹਾਲਾਂਕਿ ਕੁਝ ਥੋੜਾ ਬਹੁਤ ਸਮਾਨ ਜ਼ਰੂਰ ਨਜ਼ਰ ਆ ਰਿਹਾ, ਪਰ ਜ਼ਿਆਦਾਤਰ ਜਿਹੜਾ ਜ਼ਰੂਰਤ ਦਾ ਸਮਾਨ ਹੁੰਦਾ ਹੈ। ਕਪਿਲ ਜੀ, ਤੁਸੀਂ ਇੱਥੇ ਕਦੋਂ ਦੇ ਰਹਿ ਰਹੇ ਹੋ ਔਰ ਤੁਸੀਂ ਕੀ ਹਾਲਾਤ ਦੇਖੇ ਇਸ ਪਰਿਵਾਰ ਦੇ? ਕਿਉਂਕਿ ਨਸ਼ਾ ਜਿਹੜਾ ਉਹ ਬਹੁਤ ਇੱਕ ਅਸੀਂ ਕਹੀਏ ਕਿ ਘਾਤਕ ਚੀਜ਼ ਹੈ ਜਿਹੜੀ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੰਦੀ। ਅਸੀਂ ਸਰ ਇੱਥੇ ਰਹਿ ਰਹੇ ਹਾਂ ਤਕਰੀਬਨ 35 ਸਾਲ ਤੋਂ, ਤੇ ਇਹ ਜਿਹੜੇ ਨੌਜਵਾਨ ਆ ਪਿਛਲੇ 13 ਸਾਲ ਤੋਂ ਨਸ਼ਾ ਕਰ ਰਹੇ ਆ। ਬੜਾ ਵਧੀਆ ਇਹਨਾਂ ਦਾ ਕੰਮਕਾਰ ਸੀ। ਫਾਦਰ ਦੀ ਡੈਥ ਤੋਂ ਬਾਅਦ ਇਹਨਾਂ ਨੇ ਕੰਮਕਾਰ ਵੀ ਸੰਭਿਆ, ਪਰ ਪਤਾ ਨਹੀਂ ਜਾਂ ਕਿਸਮਤ ਦੀ ਦੇਣ ਆ ਜਾਂ ਰੱਬ ਦੀ ਮਰਜ਼ੀ ਇਹਨਾਂ ਨੂੰ ਨਸ਼ੇ ਦੀ ਲੱਤ ਲੱਗ ਗਈ।
ਉਹ ਲੱਤ ਜਿਹੜੀ ਐਸੀ ਲੱਗੀ ਆ ਕਿ ਜਿਹੜਾ ਤੁਸੀਂ ਹਸ਼ਰ ਵੇਖ ਰਹੇ ਕੀ ਹੋ ਗਿਆ ਹੈ। ਕੋਈ ਇਹਨਾਂ ਨੇ ਘਰ ਦਾ ਸਮਾਨ ਨਹੀਂ ਛੱਡਿਆ ਜਿਹੜਾ ਨਾ ਵੇਚਿਆ ਹੋਵੇ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਆਖਿਰਕਾਰ ਕਿਉਂ ਇਹ ਹਾਲਾਤ ਬਣੇ, ਕਿਉਂਕਿ ਪਿਛਲੇ 13 ਸਾਲ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਨਸ਼ੇ ਦਾ, ਔਰ ਪਹਿਲਾਂ ਆਪਣੇ ਪਿਤਾ ਦੇ ਨਾਲ ਦੁਕਾਨ ਤੇ ਜਾਂਦੇ ਸੀ, ਰੈਡੀਮੇਡ ਦਾ ਇਹਨਾਂ ਦਾ ਕਾਰੋਬਾਰ ਸੀ, ਪਰ ਉਸ ਤੋਂ ਬਾਅਦ ਐਸੇ ਹਾਲਾਤ ਬਣੇ ਕਿ ਦਿਨ ਬ ਦਿਨ ਪਰਿਵਾਰ ਦੇ ਉੱਤੇ ਸੰਕਟ ਜਿਹੜਾ ਉਹ ਛਾਉਂਦਾ ਰਿਹਾ। ਤਾਂ ਨੌਜਵਾਨ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਇਹ ਦੱਸੋ ਕਦੋਂ ਤੋਂ ਨਸ਼ਾ ਕਰ ਰਹੇ ਹੋ ਔਰ ਕਦੀ ਕੋਸ਼ਿਸ਼ ਕੀਤੀ ਵੀ ਨਸ਼ਾ ਛੱਡਿਆ ਜਾਵੇ, ਕਿਉਂਕਿ ਹੁਣ ਘਰ ਦੇ ਅਸੀਂ ਹਾਲਾਤ ਵੇਖ ਕੇ ਸਮਾਨ ਤਾਂ ਘਰ ਦੇ ਵਿੱਚ ਕੋਈ ਬਚਿਆ ਨਹੀਂ। ਹੁਣ ਛੱਡਣਾ ਚਾਹੁੰਦੇ ਭਾਈ 13-14 ਸਾਲ ਹੋ ਗਏ ਕਰਦਿਆਂ ਨੂੰ। ਤੇ ਮਿਲ ਜਾਂਦਾ ਆਸਾਨੀ ਦੇ ਨਾਲ? ਹਾਂਜੀ ਇੱਕ ਟਾਈਮ ਤੇ ਜੇ ਨਸ਼ਾ ਕਰਨਾ ਹੋਵੇ ਕਿੰਨੇ ਪੈਸੇ ਚਾਹੀਦੇ ਉਹਦੇ ਵਾਸਤੇ? 200 ਰੁਪਏ। ਬੜੇ ਆਰਾਮ ਨਾਲ ਮਿਲ ਜਾਂਦਾ। ਹਾਂਜੀ ਪਰ ਜਿਸ ਤਰ੍ਹਾਂ ਤੁਸੀਂ ਵੀ ਹੋ, ਨੌਜਵਾਨ ਹੋ, ਇਸ ਉਮਰ ਦੇ ਵਿੱਚ ਹਰ ਨੌਜਵਾਨ ਚਾਹੁੰਦਾ ਕਿ ਮੇਰਾ ਵਿਆਹ ਹੋਵੇ, ਬਜ਼ੁਰਗ ਤੁਹਾਡੀ ਮਾਤਾ ਵੀ ਆ, ਘਰ ਦੇ ਵਿੱਚ ਸਮਾਨ ਕੋਈ ਬਚਿਆ ਨਹੀਂ, ਕਿ ਕਿੱਦਾਂ ਦੀ ਮਦਦ ਤੁਸੀਂ ਚਾਹੁੰਦੇ ਹੋ ਵੀ ਜੇਕਰ ਤੁਹਾਨੂੰ ਇਹੋ ਜੀ ਮਦਦ ਮਿਲੇ ਤਾਂ ਨਸ਼ਾ ਛੱਡ ਸਕਦੇ ਹੋ? ਵੀ ਉਹ ਇਲਾਜ ਹੋਏ ਭਾਈ ਫਿਰ ਛੋਟੀ ਸਰਦਾ। ਤਾਂ ਨਸ਼ਾ ਇਹ ਛੱਡਣਾ ਚਾਹੁੰਦੇ ਨੇ, ਪਰ ਜਿਸ ਤਰ੍ਹਾਂ ਮਾਤਾ ਨੇ ਦੱਸਿਆ ਕਿ ਇੱਕ ਵਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਲੈ ਕੇ ਵੀ ਜਾ ਚੁੱਕੇ ਨੇ, ਪਰ ਤੁਸੀਂ ਵੀ ਛੱਡਣਾ ਚਾਹੁੰਦੇ ਨਸ਼ਾ, ਕਿਉਂਕਿ ਘਰ ਦਾ ਸਾਰਾ ਸਮਾਨ ਜਿਸ ਤਰ੍ਹਾਂ, ਤੇ ਇੱਥੇ ਕਿੱਥੇ ਵੇਚਦੇ ਹੋ ਸਮਾਨ ਤੁਸੀਂ? ਕਿ ਬਹੁਤ ਘੱਟ ਪੈਸੇ ਮਿਲਦੇ ਹੋਣਗੇ ਉਹਦੇ ਵੀ। ਹਾਂਜੀ ਭਾਜੀ। ਤੇ ਨਸ਼ਾ ਆਰਾਮ ਨਾਲ ਇੱਥੋਂ ਤੁਹਾਡੇ ਆਲੇ ਦੁਆਲੇ ਵੀ ਮਿਲ ਜਾਂਦਾ? ਹਾਂਜੀ ਭਾਜੀ, ਨਸ਼ਾ ਆਰਾਮ ਨਾਲ ਮਿਲ ਜਾਂਦਾ। ਯਾਨੀ ਕਿ ਨਸ਼ਾ ਵੇਚਣ ਵਾਲੇ ਵੀ ਆਸੇ ਪਾਸੇ ਹੀ ਰਹਿੰਦੇ ਆ? ਹਾਂਜੀ ਬਿਲਕੁਲ। ਤੇ ਨਸ਼ਾ ਤੁਸੀਂ ਛੱਡਣਾ ਚਾਹੁੰਦੇ ਹੋ, ਕਦੀ ਕੋਸ਼ਿਸ਼ ਕੀਤੀ ਪਹਿਲਾਂ? ਭਾਜੀ ਪਹਿਲਾਂ ਇਹ ਹਾਲਾਤ ਨਹੀਂ ਬਣੇ ਜੋ ਹਾਲਾਤ ਹੁਣ ਆ। ਹੁਣ ਮਤਲਬ ਨਸ਼ਾ ਛੱਡਣਾ ਚਾਹੁੰਦੇ ਆ। ਹਾਲਾਤ ਤੁਸੀਂ ਵੀ ਵੇਖ ਹੀ ਲਏ ਆ ਕਿ ਕੀ ਹਾਲਾਤ ਆ। ਕਦੀ ਮਨ ਦੁਖੀ ਨਹੀਂ ਹੁੰਦਾ? ਹੁੰਦਾ ਭਾਜੀ, ਰੋਜ਼ ਹੁੰਦਾ ਮਨ ਦੁਖੀ। ਤੇ ਕੀ ਮਤਲਬ ਉਸ ਵੇਲੇ ਜਦੋਂ ਤੋੜ ਵੱਜਦੀ ਉਦੋਂ ਕੋਈ ਨਜ਼ਰ ਨਹੀਂ ਆਉਂਦਾ ਕੁਝ ਵੀ ਘਰ ਬਾਹਰ? ਉਸ ਵੇਲੇ ਸਿਰਫ ਇਹ ਹੁੰਦਾ ਵੀ ਅਸੀਂ ਨਸ਼ਾ ਲੈ ਲਈਏ? ਹਾਂਜੀ ਭਾਜੀ, ਉਦੋਂ ਮਤਲਬ ਸਰੀਰ ਦੀ ਹਾਲਤ ਹੀ ਇਹ ਹੋ ਜਾਂਦੀ ਹੈ ਕਿ ਰਿਹਾ ਹੀ ਨਹੀਂ ਜਾਂਦਾ। ਤੇ ਇੱਕ ਟਾਈਮ ਤੇ ਕਿੰਨੇ ਦਾ ਨਸ਼ਾ ਮਿਲਦਾ ਔਰ ਕਿਹੜਾ ਨਸ਼ਾ ਤੁਸੀਂ ਕਰਦੇ ਹੋ? ਚਿੱਟੇ ਦਾ ਸਰ, ਹੈਰੋਇਨ ਦਾ। ਇੱਕ ਜੇ ਮੈਂ ਗੱਲ ਕਰਾਂ, ਜਿਵੇਂ ਇਹ ਵੀ ਦੋਵੇਂ ਨੇ, ਤੁਸੀਂ ਵੀ ਜੇਕਰ ਕੁਝ ਖਾਣਾ ਪੀਣਾ ਤੇ ਕਿੱਥੋਂ ਫਿਰ ਉਹ ਲੈ ਕੇ ਆਉਂਦੇ? ਕੀ ਖਾਂਦੇ ਹੋ ਕਿ ਸਾਰੀ ਦਿਹਾੜੀ ਇਦਾਂ ਹੀ ਬਸ? ਭਾਈ ਮੈਨੂੰ ਘਰ ਜਾਂਦੀ ਸੀ, ਮੁੰਡਾ ਮੇਰਾ ਵਿਆਹਿਆ, ਤੇ ਅੱਜ ਕੱਲ ਦੇ ਹਾਲਾਤ ਤੁਹਾਨੂੰ ਤਿੰਨ ਬੇਟੇ? ਛਾਣ ਮੁੰਡੇ 4 ਬੇਟੇ। ਅੱਛਾ, ਤੇ ਉਹ 2 ਕੰਮ ਕਰਦੇ? ਭਾਜੀ ਉਹ 2, ਜਿਹੜਾ ਵੱਡਾ ਇੱਕ ਜਿਹੜਾ ਛੋਟਾ ਉਹ ਵਿਆਹੇ ਕੋਲ ਹੀ ਰਹਿੰਦਾ, ਪਰ ਭਾਜੀ ਮੈਨੂੰ ਕੋਈ ਨਹੀਂ ਪੁੱਛਦਾ। ਮੈਂ ਉਹਨਾਂ ਦੇ ਘਰ ਜਾ ਕੇ ਵੀ ਘਰ ਦੇ ਕੰਮ ਕਰਦੀ ਆ ਤੇ ਤਾਂ ਮੈਨੂੰ ਰੋਟੀ ਮਿਲਦੀ ਹੈ, ਤੇ ਮੈਂ ਬਿਮਾਰ ਹੋ ਜਾਂਦੀ ਹਾਂ। ਮੈਂ 2-3 ਦਿਨ ਹੋ ਗਏ ਨਹੀਂ ਕੋਈ, ਤੇ ਮੁੰਡਾ ਮੇਰਾ ਕੰਮ ਤੇ ਚਲ ਜਾਂਦਾ, ਪਿੱਛੋਂ ਮੈਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਹਾਂ। ਜੇ ਤੁਹਾਨੂੰ ਕੋਈ ਕਹੇ ਕਿ ਇਹਨਾਂ ਦਾ ਅਸੀਂ ਇਲਾਜ ਕਰਵਾ ਕੇ ਤੁਹਾਨੂੰ ਕਿਸੇ ਜਗ੍ਹਾ ਤੇ ਰੱਖ ਦਿੰਨੇ, ਉਹਦੇ ਲਈ ਰਾਜ਼ੀ ਹੋ ਤੁਸੀਂ? ਰਾਜੀ ਭਾਜੀ, ਜਿੱਥੇ ਸਮਾਨ ਦਿੱਤਾ ਨਾਲ ਹੀ ਗਲੀ ਹੈ, ਮੈਂ ਉਹਨਾਂ ਦੇ ਘਰ ਸਮਾਨ ਪੁੱਛਣ ਗਈ ਆ। ਮੈਨੂੰ ਉਹਨਾਂ ਦੇ ਕਿਰਾਏਦਾਰਾਂ ਨੇ ਦੱਸ ਦਿੱਤਾ ਵੀ ਇੱਥੇ ਤੁਹਾਡਾ ਸਮਾਨ ਪਿਆ ਹੈ। ਮੈਂ ਅੰਦਰ ਕਮਰੇ ਦੇ ਗਈ, ਉਹ ਭਾਈ ਨੇ ਜਾਂਦਿਆਂ ਮੂੰਹ ਤੇ ਮੇਰੇ ਚਪੇੜਾ ਮਾਰ ਦਿੱਤੀਆਂ। ਜਿੱਥੇ ਵੇਚਦੇ ਉਹ ਵੀ ਲੋਕ ਨਾਲੇ ਨਾਲ ਹੀ ਗਲੀ ਹੈ, ਜਿੰਨੇ ਮੈਨੂੰ ਚਪੇੜਾ ਮਾਰੀਆਂ ਨਾਲ ਹੀ ਗਲੀ 'ਚ। ਉਹਦੀ ਵੋਟੀ ਨੇ ਆਵੇ ਹੁੰਦੇ ਮੈਨੂੰ ਡਾਂਟ ਕੱਟੀ, ਸਿਵਲ ਹਸਪੀਟਲ ਭੇਜਿਆ। ਬਿਲਕੁਲ ਅਸੀਂ ਕਹੀਏ ਕਿ ਸਮਾਜ ਦੀ ਇੱਕ ਐਸਾ ਇਹ ਦੁਖਾਂਤ ਹੈ ਕਿ ਜਿਸ ਦੇ ਵਿੱਚ ਅਸੀਂ ਕਹੀਏ ਕਿ ਸਾਰੇ ਜ਼ਿੰਮੇਵਾਰ ਨੇ। ਤਾਂ ਜੇਕਰ ਇੱਕ ਪਰਿਵਾਰ ਦੇ 2 ਨੌਜਵਾਨ ਨਸ਼ੇ ਦੇ ਨਾਲ ਪੀੜਤ ਨੇ ਤਾਂ ਉਸ ਮੌਕੇ ਦਾ ਵੀ ਲੋਕ ਫਾਇਦਾ ਉਠਾਉਂਦੇ ਨੇ। ਜਿਹੜਾ ਘਰ ਦਾ ਸਮਾਨ ਹੈ ਉਹ ਸਸਤੇ ਦੇ ਵਿੱਚ ਖਰੀਦ ਲਿਆ ਜਾਂਦਾ। ਔਰ ਸਭ ਤੋਂ ਹੈਰਾਨੀ ਦੀ ਗੱਲ ਕਿ ਨਸ਼ਾ ਵੇਚਣ ਵਾਲੇ ਵੀ ਕੋਈ ਬਾਹਰ ਦੇ ਲੋਕ ਨਹੀਂ, ਉਹ ਵੀ ਇਸੇ ਹੀ ਸਮਾਜ ਦਾ, ਇਸੇ ਹੀ ਮਹੱਲੇ ਦਾ, ਇਸੇ ਇਲਾਕੇ ਦਾ ਹਿੱਸਾ ਨੇ। ਤਾਂ ਇਸ ਮਾਂ ਦਾ ਇੱਕ ਜਿਹੜਾ ਦੁੱਖ ਹੈ ਉਹ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਜਿਸ ਦੇ ਉੱਪਰ ਬੀਤਦੀ ਹੈ ਉਹੀ ਸਮਝ ਸਕਦਾ, ਉਹੀ ਜਾਣ ਸਕਦਾ। ਤਾਂ ਅਸੀਂ ਇੱਕ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਇਸ ਪੂਰੀ ਜਿਹੜੀ ਪਰਿਵਾਰ ਦੀ ਕਹਾਣੀ ਹੈ ਉਹ ਸਰਕਾਰਾਂ ਤੱਕ ਪਹੁੰਚੇ, ਲੋਕਾਂ ਤੱਕ ਪਹੁੰਚੇ, ਤਾਂ ਕਿ ਇਹਨਾਂ ਦੀ ਕੋਈ ਮਦਦ ਹੋ ਸਕੇ। ਕਿਉਂਕਿ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਮਾਂ ਦੇ 4 ਪੁੱਤਰ ਨੇ। ਤਾਂ ਮਾਵਾਂ ਜਦੋਂ ਘਰ ਦੇ ਵਿੱਚ, ਸਾਡੇ ਪੰਜਾਬੀਆਂ ਦਾ ਜੇਕਰ ਅਸੀਂ ਕਲਚਰ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਜਦੋਂ ਬੇਟਾ ਪੈਦਾ ਹੁੰਦਾ ਤਾਂ ਬਹੁਤ ਸਾਰੇ ਜਸ਼ਨ ਮਨਾਏ ਜਾਂਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਪਰ ਜਦੋਂ ਉਹੀ ਪੁੱਤ ਜਵਾਨ ਹੁੰਦੇ ਨੇ ਤਾਂ ਮਾਪਿਓ ਦਾ ਜੇਕਰ ਉਹ ਸਹਾਰਾ ਨਾ ਬਣਨ ਤਾਂ ਮਾਪਿਓ ਤੇ ਜੋ ਬੀਤਦੀ ਹੈ ਇਹ ਉਹੀ ਜਾਣ ਸਕਦੇ ਨੇ। ਤਾਂ ਇਸ ਮਾਂ ਦਾ ਕਹਿਣਾ ਕਿ ਮੈਂ ਬਹੁਤ ਕੋਸ਼ਿਸ਼ ਵੀ ਕੀਤੀ ਕਿ ਇਹਨਾਂ ਦਾ ਜਿਹੜਾ ਨਸ਼ਾ ਹੈ ਉਹ ਛੁਡਵਾਇਆ ਜਾ ਸਕੇ। ਹਾਲਾਂਕਿ 2 ਜਿਹੜੇ ਬੇਟੇ ਨੇ ਉਹਨਾਂ ਦਾ ਵਿਆਹ ਹੋ ਚੁੱਕਿਆ। ਔਰ ਇੱਕ ਹੋਰ ਹੈਰਾਨੀ ਦੀ ਗੱਲ ਕਿ ਇਸ ਬਜ਼ੁਰਗ ਮਾਤਾ ਦਾ ਜਿਹੜਾ ਸਰਕਾਰੀ ਰਾਸ਼ਨ ਕਾਰਡ ਸੀ
ਉਹ ਵੀ ਕੱਢ ਦਿੱਤਾ ਗਿਆ। ਤਾਂ ਕੁਝ ਹੋਰ ਵੀ ਕਹਿਣਾ ਚਾਹੁੰਦੇ ਨੇ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ। ਤਾਂ ਇਹ ਹਾਲਾਤ ਨੇ ਕਿ ਘਰ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਮੌਜੂਦ ਜਿਹੜੀ ਕਿ ਕਿਸੇ ਵੀ ਛੋਟੇ ਤੋਂ ਛੋਟੇ ਘਰ ਦੇ ਵਿੱਚ ਹੋਣੀ ਲਾਜ਼ਮੀ ਹੈ। ਕੀ ਕਹਿਣਾ ਚਾਹੁੰਦੇ ਹੋਰ ਵੀ ਤੁਸੀਂ ਕੁਝ? ਭਾਜੀ ਹੋਈ ਮੈਂ ਜਿਹੜਾ ਸਮਾਨ ਲਿਆਏ ਨਾਲ ਦਾ ਘਰ ਹੈ, ਮੇਰੇ ਤੇ ਮਾਰ ਕਟਾਈ ਵੀ ਹੋਈ ਹੈ, ਡਾਟ ਵਗੈਰਾ ਕੱਟੀ ਹੈ। ਕੱਲ ਉਹਨਾਂ ਨੂੰ ਮੈਂ ਰਿਪੋਰਟ ਦੇ ਕੇ ਆਈ ਹਾਂ। ਮੈਂ ਚੌਂਕੀ 4-5 ਵਾਰੀ ਗਈ ਹਾਂ, ਚੱਕਰ ਲਾਨੀ ਆ ਜਾਂਦੀ ਹਾਂ। ਕੱਲ ਮੈਂ ਰਾਤੀ ਗਈ ਹਾਂ, ਸ਼ਾਮ ਨੂੰ ਸੱਦਿਆ ਸੀ 5:30 ਤੇ ਮੈਂ 6 ਵਜੇ ਗਈ ਹਾਂ, ਚਲੋ ਮਿਲ ਜਾਣਗੇ। ਉਹਨਾਂ ਨੇ ਫੇਰ ਮੈਨੂੰ ਕਿਹਾ ਤੁਸੀਂ 10:30 ਆਇਓ। ਮੈਂ ਹਾਲੇ ਗਈ ਨਹੀਂ, ਯਾਨੀ ਕਿ ਮੇਰੀ ਕੋਈ ਸੁਣਾਈ ਨਹੀਂ ਹੈਗੀ। ਕੋਈ ਗੱਲ ਨਹੀਂ, ਸਾਡੀ ਕੋਸ਼ਿਸ਼ ਵੀ ਇਹ ਕਿ ਤੁਹਾਡੀ ਜਿਹੜੀ ਆਵਾਜ਼ ਹੈ ਸਰਕਾਰਾਂ ਤੱਕ ਪਹੁੰਚੇ। ਤਾਂ ਇਹ ਇੱਕ ਉਹ ਮਾਂ ਹੈ ਜਿਹੜੀ ਕਿ ਦੋਵਾਂ ਪੁੱਤਾਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਤਾਂ ਉਹਨੇ ਜ਼ਰੂਰ ਹੈ, ਪਰ ਘਰ ਦੇ ਵਿੱਚ ਕੋਈ ਵੀ ਸਮਾਨ ਇਹਨਾਂ ਨੌਜਵਾਨਾਂ ਵੱਲੋਂ ਨਹੀਂ ਛੱਡਿਆ ਗਿਆ ਜਿਸ ਨੂੰ ਕਿ ਵੇਚਿਆ ਨਹੀਂ ਗਿਆ। ਤਾਂ ਇਹ ਪੂਰੀ ਕਹਾਣੀ ਦਿਖਾਉਣ ਦੀ ਸਾਡੀ ਕੋਸ਼ਿਸ਼ ਇਹੀ ਹੈ ਕਿ ਸਰਕਾਰਾਂ ਜਾਂ ਫਿਰ ਜਿਹੜੇ ਸਿਆਸਤਦਾਨ ਨੇ ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਹੜੀਆਂ ਰੋਜ਼ ਦਾਅਵੇ ਜ਼ਰੂਰ ਕਰਦੀਆਂ ਨੇ, ਪਰ ਉਹਨਾਂ ਦਾਅਵਿਆਂ ਦੀ ਅਸਲ ਸੱਚਾਈ ਜਾਣਨ ਦੀ ਜ਼ਰੂਰਤ ਹੈ। ਤਾਂ ਇਹ ਇੱਕ ਕਹਾਣੀ ਸਿਰਫ ਇੱਕ ਪਰਿਵਾਰ ਦੀ ਨਹੀਂ, ਬਲਕਿ ਪੰਜਾਬ ਦੇ ਹਰ ਪਿੰਡ ਕਸਬੇ ਦੇ ਵਿੱਚ ਕਈ ਐਸੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਹਾਲਾਤ ਇਸ ਤਰੀਕੇ ਦੇ ਨੇ ਔਰ ਬਜ਼ੁਰਗ ਮਾਵਾਂ ਇਸੇ ਤਰੀਕੇ ਦੇ ਨਾਲ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।